ਤੇ ਉਹ ਪਰਮਾਤਮਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਗੁਰੂ ਦੀ ਮੱਤ ਦੁਆਰਾ ਉਸ ਨੂੰ ਸਮਝਿਆ ਜਾ ਸਕਦਾ ਹੈ ਤੇ ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਅੱਜ ਦੇ ਇਸ ਮੁਬਾਰਕ ਬਚਨ ਵਿੱਚ ਗੁਰੂ ਜੀ ਕਹਿ ਰਹੇ ਨੇ, ਅਨ ਦਿਨ ਆਰਜਾ ਸਿਜਦੀ ਜਾਏ। ਕਹਿੰਦੇ ਨੇ ਜਿਹੜਾ ਇਨਸਾਨ ਗੁਰੂ ਦੇ ਕੋਲ ਨਹੀਂ ਆਉਂਦਾ, ਗੁਰੂ ਦੀ ਮੱਤ ਦੇ ਉੱਤੇ ਭਰੋਸਾ ਰੱਖ ਕੇ ਜੀਵਨ ਨਹੀਂ ਬਤੀਤ ਕਰਦਾ, ਮਾਇਆ ਮੋਹ ਦੇ ਵਿੱਚ ਖਚਤ ਹੈ, ਉਹਦੀ ਜਿਹੜੀ ਆਰਜਾ ਹੈ, ਉਹਦੀ ਜਿਹੜੀ ਉਮਰ ਹੈ, ਉਹ ਘਟਦੀ ਜਾ ਰਹੀ ਹੈ। ਕਹਿੰਦੇ ਰੈਣ ਦਿਨਸ ਦੋਏ ਸਾਖੀ ਆਏ। ਰਾਤ ਅਤੇ ਦਿਨ ਇਸ ਗੱਲ ਦੇ ਗਵਾਹ ਨੇ ਵੀ ਸਾਡੀ ਉਮਰ ਘਟਦੀ ਜਾ ਰਹੀ ਹੈ, ਕਿਉਂਕਿ ਰਾਤ ਗੁਜ਼ਰ ਗਈ ਸਾਡੇ ਜੀਵਨ ਦੇ ਵਿੱਚੋਂ, ਹੁਣ ਸਵੇਰ ਚੜ੍ਹੀ ਹੈ, ਉਹ ਰਾਤ ਦੁਬਾਰਾ ਸਾਡੇ ਜੀਵਨ ਵਿੱਚ ਨਹੀਂ ਆ ਸਕਦੀ। ਆ ਹੁਣ ਦਿਨ ਚੜ੍ਹਿਆ ਹੈ ਤੇ ਹੌਲੀ ਹੌਲੀ ਇਹ ਦਿਨ ਵੀ ਗੁਜ਼ਰ ਜਾਣਾ ਹੈ। ਇਹ ਦਿਨ ਵੀ ਸਾਡੇ ਹੱਥ ਵਿੱਚ ਨਹੀਂ ਰਹਿਣਾ। ਸੋ ਰਾਤ ਤੇ ਦਿਨ ਇਹ ਗਵਾਹ ਨੇ ਕਿ ਰਾਤ ਦਿਨ ਕਰਕੇ ਮਨੁੱਖ ਦੀ ਉਮਰ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ, ਬਤੀਤ ਹੁੰਦੀ ਜਾ ਰਹੀ ਹੈ। ਜਿਹੜਾ ਦਿਨ ਲੰਘ ਜਾਂਦਾ ਹੈ, ਜਿਹੜੀ ਰਾਤ ਲੰਘ ਜਾਂਦੀ ਹੈ, ਉਹ ਦੁਬਾਰਾ ਮੁੜ ਕੇ ਮਨੁੱਖ ਦੇ ਹੱਥ ਵਿੱਚ ਵਾਪਸ ਨਹੀਂ ਆਉਂਦੇ। ਫਿਰ ਅੱਗੇ ਕਹਿੰਦੇ ਨੇ, ਮਨ ਮੁਖ ਅੰਧ ਨ ਚੇਤੈ ਮੂੜਾ, ਸਿਰ ਉੱਪਰ ਕਾਲ ਰਵਾਇੰਦਾ। ਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਦੇ ਵਿੱਚ ਖਚਤ ਹੋਇਆ, ਅੰਨਾ ਹੋਇਆ ਇਨਸਾਨ ਇਸ ਗੱਲ ਨੂੰ ਚੇਤੇ ਨਹੀਂ ਰੱਖਦਾ ਵੀ ਮੇਰੀ ਉਮਰ, ਮੇਰੇ ਸਵਾਸ ਦਿਨ ਬ ਦਿਨ ਘਟਦੇ ਜਾ ਰਹੇ ਨੇ, ਕਿ ਆਪਣੇ ਮਨੋਰਥ ਦੀ ਮੈਂ ਪੂਰਤੀ ਕਰਨ ਵਾਸਤੇ ਕੋਈ ਯਤਨ ਕਰਾਂ। ਮੌਤ ਦਾ ਨਗਾਰਾ ਉਹਦੇ ਸਿਰ ਤੇ ਉੱਤੇ ਵੱਜਦਾ ਹੈ, ਪਰ ਮੌਤ ਵੱਲੋਂ ਬੇਖਬਰ ਹੈ ਤੇ ਆਪਣੀ ਜ਼ਿੰਦਗੀ ਦੇ ਕੀਮਤੀ ਦਿਨ, ਕੀਮਤੀ ਘੜੀਆਂ ਵਿਸ਼ੇ ਵਿਕਾਰਾਂ, ਰਸਾਂ ਕਸਾਂ ਤੇ ਮਾਇਆ ਦੇ ਮੋਹ ਦੀ ਵਿੱਚ ਖਚਤ ਹੋ ਕੇ ਗੁਜ਼ਾਰ ਰਿਹਾ ਹੈ। ਸਤਿਗੁਰ ਜੀ ਅੱਜ ਸਾਨੂੰ ਸਾਰਿਆਂ ਨੂੰ ਸੁਚੇਤ ਕਰ ਰਹੇ ਨੇ ਇਸ ਪਾਵਨ ਬਚਨ ਦੇ ਰਾਹੀਂ ਵੀ ਤੇਰੀ ਜ਼ਿੰਦਗੀ ਦਾ ਇੱਕ ਇੱਕ ਪਲ, ਇੱਕ ਇੱਕ ਸਵਾਸ, ਇੱਕ ਇੱਕ ਦਿਨ, ਇੱਕ ਇੱਕ ਘੜੀ ਬੜੀ ਕੀਮਤੀ ਹੈ। ਤੂੰ ਇਹਨੂੰ ਅਜ਼ਾਈਂ ਗਵਾ ਰਿਹਾ ਹੈ। ਮਨੁੱਖ ਆਪਣੀ ਇਸ ਉਮਰ ਨੂੰ ਕਿਵੇਂ ਗਵਾਉਂਦਾ ਹੈ? ਬੜੇ ਪਿਆਰੇ ਬਚਨ ਨੇ ਗੁਰੂ ਮਹਾਰਾਜ ਜੀ ਦੇ। ਸਤਿਗੁਰ ਜੀ ਕਹਿੰਦੇ ਨੇ, ਪਰ ਹਰ ਨਾ ਲੋਭ ਝੂਠ ਨਿੰਦਾ, ਇਵ ਹੀ ਕਰਤ ਗੁਜ਼ਾਰੀ। ਕਹਿੰਦੇ ਨੇ ਪਰਾਏ ਧਨ ਨੂੰ ਚੁਰਾਣਾ, ਝੂਠ ਬੋਲਣਾ ਤੇ ਨਿੰਦਿਆ ਚੁਗਲੀ ਕਰਨੀ, ਇਹਦੇ ਵਿੱਚ ਹੀ ਸਾਕਤ ਆਪਣੀ ਉਮਰ ਜਿਹੜੀ ਹੈ, ਅਰਬਲਾ ਜਿਹੜੀ ਹੈ, ਉਹ ਵਿਅਰਥ ਗਵਾ ਰਿਹਾ ਹੈ। ਕਹਿੰਦੇ ਪਰ ਹਰਨਾ ਲੋਭ ਝੂਠ ਨਿੰਦਾ, ਇਵ ਹੀ ਕਰਤ ਗੁਦਾਰੀ। ਸਾਕਤ ਬੰਦਾ ਜਿਹੜਾ ਹੈ, ਪਰਾਏ ਧਨ ਨੂੰ ਚੁਰਾਣਾ, ਝੂਠ ਬੋਲਣਾ, ਲੋਭ ਦੇ ਅਧੀਨ ਹੋ ਕੇ ਵਿਚਰਨਾ ਤੇ ਨਿੰਦਿਆ ਚੁਗਲੀ ਕਰਨੀ, ਇਹਨਾਂ ਵਿੱਚ ਖਚਤ ਹੋ ਕੇ ਜੀਵਨ ਦੇ ਪਲ ਗੁਜ਼ਾਰਦਾ ਹੈ। ਫਿਰ ਅੱਗੇ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਮਿਥਿਆ ਆਸ ਮਿੱਠੀ ਲਾਗੀ, ਇਹ ਟੇਕ ਮੰਨੇ ਸਾਧਾਰੀ। ਕਹਿੰਦੇ ਨੇ ਜਿਵੇਂ ਪਿਆਸੇ ਹੋਏ ਹਿਰਨ ਨੂੰ ਠੱਗ ਨੀਰਾ ਮਿੱਠਾ ਲੱਗਦਾ ਹੈ, ਭਾਵ ਵੀ ਆ ਗਰਮੀ ਦੇ ਦਿਨ ਨੇ, ਜਦੋਂ ਹਿਰਨ ਨੂੰ ਪਿਆਸ ਲੱਗਦੀ ਹੈ, ਜੇ ਉਹ ਰੇਤਲੇ ਮੈਦਾਨ ਵਿੱਚ ਹੋਵੇ ਜਾਂ ਖਾਲੀ ਮੈਦਾਨ ਵਿੱਚ ਹੋਵੇ, ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਪੈਂਦੀਆਂ, ਉਸ ਰੇਤਲੇ ਮੈਦਾਨ ਟੀਲੇ ਉੱਤੇ ਪੈਂਦੀਆਂ, ਦੂਰੋਂ ਉਹਨੂੰ ਇਉਂ ਜਾਪਦਾ ਪਿਆਸੇ ਹਿਰਨ ਨੂੰ ਕਿ ਜਿਵੇਂ ਬੜਾ ਵੱਡਾ ਪਾਣੀ ਦਾ ਸਰੋਵਰ ਭਰਿਆ ਹੋਵੇ, ਤਲਾਬ ਭਰਿਆ ਹੋਵੇ।
ਉਹਨੂੰ ਵੇਖ ਕੇ ਪਾਣੀ ਨੂੰ, ਪਾਣੀ ਦੀ ਪ੍ਰਾਪਤੀ ਦੀ ਖਾਤਰ ਉਹ ਦੌੜਦਾ ਹੈ, ਭੱਜਦਾ ਹੈ, ਪਰ ਪਾਣੀ ਤੇ ਹੁੰਦਾ ਨਹੀਂ। ਜਿਉਂ-ਜਿਉਂ ਪਾਣੀ ਦੇ ਨੇੜੇ ਜਾਂਦਾ ਹੈ, ਪਾਣੀ ਸਮਝ ਕੇ ਤਿਉਂ-ਤਿਉਂ ਉਹ ਤਲਾਬ ਦੂਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਦੌੜ ਦੌੜ ਕੇ, ਭਟਕ ਭਟਕ ਕੇ ਉਹਦੀ ਮੌਤ ਹੋ ਜਾਂਦੀ ਹੈ। ਉਹ ਪਿਆਸ ਨੂੰ ਬੁਝਾਉਣ ਦੀ ਖਾਤਰ ਪਾਣੀ ਸਮਝ ਕੇ ਪਾਣੀ ਨਹੀਂ ਸੀ ਦੌੜਦਾ। ਇਵੇਂ ਹੀ ਮਨੁੱਖ ਇਹ ਦੁਨੀਆ ਦੇ ਪਦਾਰਥ ਜਿਹੜੇ ਹਨ, ਭੋਗ ਜਿਹੜੇ ਹਨ, ਜਾਂ ਦੁਨੀਆ ਦੀਆਂ ਆਸ਼ਾਂ ਜਿਹੜੀਆਂ ਹਨ, ਇਹਨਾਂ ਦੇ ਵਿੱਚ ਚਿੱਤ ਜੋੜ ਲੈਂਦਾ ਹੈ ਵੀ ਖੁਰੇ ਇਹਨਾਂ ਨਾਲ ਜੁੜ ਕੇ ਮੈਨੂੰ ਸੁੱਖ ਮਿਲ ਜਾਏਗਾ, ਮੈਨੂੰ ਤ੍ਰਿਪਤੀ ਮਿਲ ਜਾਏਗੀ। ਕਹਿੰਦੇ ਨੇ ਉਸ ਪਿਆਸੇ ਹੋਏ ਹੀਰਨ ਦੇ ਵਾਂਗੂ ਇਹ ਮਨੁੱਖ ਦੀਆਂ ਇਹ ਜਿਹੜੀਆਂ ਆਸਾਂ ਨੇ ਇਹ ਝੂਠੀਆਂ ਨੇ। ਇਹਨਾਂ ਝੂਠੀਆਂ ਆਸਾਂ ਦੀ ਟੇਕ ਲਗਾ ਕੇ ਮਨੁੱਖ ਬੈਠਾ ਹੋਇਆ ਹੈ। ਫਿਰ ਕਹਿੰਦੇ ਨੇ ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜਿਉ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵੇ ਕਾਮ ਨਹੀਂ ਗਾਵਾਰੀ। ਰੱਬ ਤੋਂ ਟੁੱਟਿਆ ਹੋਇਆ ਬੰਦਾ ਆਪਣੇ ਜੀਵਨ ਦੇ ਦਿਨ ਵਿਅਰਥ ਗੁਜ਼ਾਰ ਲੈਂਦਾ, ਵਿਸ਼ੇ ਵਿਕਾਰਾਂ ਦੇ ਵਿੱਚ ਖੱਚ ਤੋਕੇ ਗੁਜ਼ਾਰਦਾ ਹੈ, ਬੁਰੇ ਕੰਮਾਂ ਦੇ ਵਿੱਚ, ਅਵਗੁਣਾਂ ਦੇ ਵਿੱਚ ਖੱਚ ਤੋਕੇ ਗੁਜ਼ਾਰਦਾ ਹੈ। ਤੇ ਉਹਦਾ ਜੀਵਨ ਗੁਜ਼ਾਰਨਾ ਇਉਂ ਹੈ ਜਿਵੇਂ ਇੱਕ ਚੂਹਾ ਲਾਇਬ੍ਰੇਰੀ ਦੇ ਵਿੱਚ ਵੜ ਗਿਆ, ਬੜੀਆਂ ਕੀਮਤੀ ਕਿਤਾਬਾਂ ਜਿਹੜੀਆਂ ਸਨ ਉਹਨੇ ਟੁੱਕ ਟੁੱਕ ਕੇ ਢੇਰ ਲਾ ਦਿੱਤਾ। ਪਰ ਹੁਣ ਟੁੱਕ ਟੁੱਕ ਕੇ ਜਦੋਂ ਢੇਰ ਲਾਇਆ ਤੇ ਉਹਨੇ ਸੋਚਿਆ ਮੈਨੂੰ ਇਹ ਮੇਰੀ ਮਿਹਨਤ ਦਾ ਫਲ, ਮੈਨੂੰ ਇਨਾਮ ਮਿਲੇਗਾ, ਮੈਨੂੰ ਸ਼ਾਬਾਸ਼ ਮਿਲੇਗੀ। ਪਰ ਜਦੋਂ ਜਿਹੜਾ ਲਾਇਬ੍ਰੇਰੀਅਨ ਸੀ, ਜਿਹੜਾ ਉਹਨਾਂ ਕਿਤਾਬਾਂ ਨੂੰ ਸੰਭਾਲਣ ਵਾਲਾ ਸੀ, ਉਹਨੇ ਆ ਕੇ ਵੇਖਿਆ ਵੀ ਇੱਕ ਚੂਹਾ ਵੜਿਆ ਹੈ ਜਿਹੜਾ ਕੀਮਤੀ ਕਿਤਾਬਾਂ ਨੂੰ ਟੁੱਕ ਟੁੱਕ ਕੇ ਉਹਨਾਂ ਦੇ ਢੇਰ ਲਾਈ ਜਾਂਦਾ ਹੈ, ਕਾਗਜ਼ ਪਾੜੀ ਤੁਰਿਆ ਜਾਂਦਾ ਹੈ। ਉਹਨੇ ਇੱਕ ਦਿਨ ਕੜਿੱਕੀ ਲਾ ਕੇ ਉਸ ਚੂਹੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਲ ਕੀ ਮਿਲਿਆ? ਇੰਨੀ ਮਿਹਨਤ ਕੀਤੀ, ਆਪਣੇ ਦੰਦ ਘਸਾਏ, ਉਸ ਚੂਹੇ ਨੇ ਕਿਤਾਬਾਂ ਨੂੰ ਟੁੱਕਦਾ ਰਿਹਾ, ਇਨਾਮ ਕੁਝ ਵੀ ਨਾ ਮਿਲਿਆ। ਇਵੇਂ ਇਹ ਇਨਸਾਨ ਮਾਇਆ ਦੀ ਦੌੜ ਭੱਜ ਕਰਦਾ ਕਰਦਾ, ਵਿਸ਼ੇ ਵਿਕਾਰ ਭੋਗਦਾ ਇੱਕ ਦਿਨ ਮੌਤ ਆ ਜਾਂਦੀ ਹੈ। ਤੇ ਜ਼ਿੰਦਗੀ ਦੇ ਵਿੱਚ ਵੀ ਦੁੱਖ ਤੇ ਅਸ਼ਾਂਤੀ ਤੇ ਭਟਕਣਾ ਬਣੀ ਰਹਿੰਦੀ ਹੈ, ਗਮ ਚਿੰਤਾ ਬਣੇ ਰਹਿੰਦੇ ਨੇ। ਤੇ ਇਸ ਸਰੀਰ ਛੱਡਣ ਤੋਂ ਬਾਅਦ ਵਿੱਚ ਵੀ ਉਹ ਭਟਕਣਾ ਦੇ ਵਿੱਚ ਪਿਆ ਰਹਿੰਦਾ, ਪੱਲੇ ਕੁਝ ਨਹੀਂ ਪੈਂਦਾ ਚੂਹੇ ਵਾਂਗੂ। ਇਸ ਤਰ੍ਹਾਂ ਇਹ ਇਨਸਾਨ ਆਪਣੀ ਇਹ ਜੀਵਨ, ਇਹ ਆਰਬਲਾ, ਇਹ ਉਮਰ ਨੂੰ ਵਿਅਰਥ ਗਵਾਉਂਦਾ ਹੈ। ਇੱਕ ਹੋਰ ਬਚਨ ਬੜਾ ਪਿਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਬਾਬਾ ਕਬੀਰ ਸਾਹਿਬ ਜੀ ਦਾ, ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨ ਕੀਓ, 30 ਬਰਸ ਕਛ ਦੇਵ ਨ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਕਹਿੰਦੇ 12 ਵਰਸ਼ ਜਿਹੜੇ ਨੇ, ਬਚਪਨ ਦੀ ਉਮਰ ਅਜ਼ਾਨ ਪੁਣੇ ਦੇ ਵਿੱਚ ਮਨੁੱਖ ਨੇ ਗਵਾ ਦਿੱਤੀ। ਕਹਿੰਦੇ 20 ਸਾਲ ਹੋਰ ਇਹਨੇ ਨਾ ਜਵਾਨੀ ਦੇ ਜਿਹੜੇ ਸਨ ਉਹ ਰਸਾਂ ਕਸਾਂ ਵਿਸ਼ੇ ਵਿਕਾਰਾਂ ਦੇ ਵਿੱਚ ਗਵਾ ਦਿੱਤੇ। 30 ਹੋ ਗਏ। ਕਹਿੰਦੇ ਫਿਰ 30 ਹੋਰ ਗੁਜ਼ਰ ਗਏ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਏਦਾਂ 60 ਸਾਲ ਉਹਦੀ ਉਮਰ ਜਿਹੜੀ ਹੈ ਰੱਬ ਜੀ ਦੇ ਗੁਣ ਗਾਣ, ਰੱਬ ਜੀ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਜਿਉਣ, ਜਾਂ ਇਨਸਾਨੀਅਤ ਵਾਲਾ ਜੀਵਨ ਜਿਉਣ ਤੋਂ ਬਗੈਰ ਹੀ ਗੁਜ਼ਰ ਗਏ। ਤੇ ਹੁਣ ਜਦੋਂ ਵਡੇਪਾ ਆ ਗਿਆ, ਹੁਣ ਪਛਤਾਉਂਦਾ ਹੈ, ਹੱਥ ਮਲਦਾ ਹੈ। ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਦਿਆਂ ਮਮਤਾ ਮੈਂ ਮੇਰੀ ਦੀ ਭਾਵਨਾ ਦੇ ਵਿੱਚ ਸਾਰਾ ਜੀਵਨ ਗੁਜ਼ਰ ਗਿਆ। ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਦੀ ਜਵਾਨੀ ਚਲੇ ਗਈ, ਉਹਦਾ ਬਚਪਨਾ ਚਲੇ ਗਿਆ, ਹੁਣ ਵਡੇਪੇ ਦੇ ਵਿੱਚ ਆਖਰੀ ਪਲਾਂ ਤੇ ਹੈ। ਸਾਇਰ ਸੋਖ ਭੁਜੰਗ ਬਲਿਓ, ਕਹਿੰਦੇ ਜੀਵਨ ਰੂਪੀ ਤਲਾਬ ਸੁੱਕ ਗਿਆ, ਸਰੀਰ ਰੂਪੀ ਸਮੁੰਦਰ ਸੁੱਕ ਗਿਆ। ਭਾਵ ਹੁਣ ਬਾਹਾਂ ਵਿੱਚ ਤਾਕਤ ਨਹੀਂ ਰਹੀ, ਲੱਤਾਂ ਵਿੱਚ ਤਾਕਤ ਨਹੀਂ ਰਹੀ, ਸਰੀਰ ਵਿੱਚ ਤਾਕਤ ਨਹੀਂ ਰਹੀ।
ਫਿਰ ਅੱਗੇ ਇਹਦੀ ਤਰਸਯੋਗ ਹਾਲਤ ਨੂੰ ਗੁਰੂ ਪਾਤਸ਼ਾਹ ਜੀ ਬਿਆਨ ਕਰਦੇ ਨੇ। ਸੂਖੇ ਤਰਵਰ ਪਾਲ ਬੰਧਾਵੇ, ਲੁਣੇ ਖੇਤ ਹੱਥ ਵਾਰ ਕਰਹਿ, ਆਇਓ ਚੋਰ ਤੁਰੰਤੈ, ਲੈ ਗਿਓ ਮੇਰੀ ਰਾਖਦ ਮੁਗਧ ਫਿਰੈ। ਕਹਿੰਦੇ ਨੇ ਬੁਢੇਪਾ ਆ ਗਿਆ ਹੈ ਤੇ ਇਹ ਅਜੇ ਵੀ ਆਪਣੇ ਆਪ ਨੂੰ ਮੌਤ ਤੋਂ ਬਚਾਉਣਾ ਚਾਹੁੰਦਾ ਹੈ। ਕਿਸੇ ਤਰੀਕੇ ਨਾਲ ਮੈਂ ਮੌਤ ਤੋਂ ਬਚ ਜਾਵਾਂ। ਤੇ ਮੌਤ ਤੋਂ ਬਚਣ ਦਾ ਉਪਰਾਲਾ ਇਹਦੇ ਵਾਸਤੇ ਇਉਂ ਹੈ ਵੀ ਜਿਵੇਂ ਸੁੱਕਾ ਇੱਕ ਖੇਤ ਹੈ, ਉਹਦੀਆਂ ਵੱਟਾਂ ਬੰਨ੍ਹਦਾ ਪਿਆ ਕਿ ਉਹਦੇ ਅੰਦਰੋਂ ਕਿਤੇ ਪਾਣੀ ਬਾਹਰ ਨਾ ਨਿਕਲ ਜਾਏ। ਸੁੱਕੇ ਦੇ ਵਿੱਚੋਂ ਪਾਣੀ ਬਾਹਰ ਕੀ ਨਿਕਲਣਾ, ਉਹਦੇ ਵਿੱਚ ਪਾਣੀ ਤਾਂ ਹੈ ਹੀ ਨਹੀਂ। ਹੁਣ ਤੇ ਭਲਿਆ ਸਵਾਸ ਤੇਰੇ ਗਿਣਤੀ ਦੇ ਰਹਿ ਗਏ ਨੇ, ਹੁਣ ਉਹ ਸਵਾਸ ਪੂਰੇ ਹੋਣ ਦੀ ਦੇਰ ਹੈ, ਤੈਨੂੰ ਸੰਸਾਰ ਦੇ ਵਿੱਚੋਂ ਜਾਣਾ ਪੈਣਾ, ਤੂੰ ਮੌਤ ਤੋਂ ਬਚ ਨਹੀਂ ਸਕਦਾ। ਕਹਿੰਦੇ ਉਹਦਾ ਮੌਤ ਤੋਂ ਬਚਣ ਦੇ ਉਪਰਾਲੇ ਇਉਂ ਹਨ ਜਿਵੇਂ ਸੁੱਕੇ ਤਲ ਦੇ ਵਿੱਚ, ਖੇਤ ਦੇ ਵਿੱਚ ਉਹ ਮੇੜ ਉੱਚੀ ਬੰਨ੍ਹ ਰਿਹਾ ਹੈ, ਵੱਟਾਂ ਉੱਚੀਆਂ ਕਰ ਰਿਹਾ, ਕੱਟੇ ਹੋਏ ਖੇਤ ਦੇ ਆਲੇ ਦੁਆਲੇ ਵਾੜ ਲਗਾ ਰਿਹਾ। ਹੁਣ ਕੱਟੇ ਹੋਏ ਖੇਤ ਦੇ ਆਲੇ ਦੁਆਲੇ ਵਾੜ ਲਗਾਉਣ ਦਾ ਕੀ ਲਾਭ? ਕੋਈ ਲਾਭ ਹੋਵੇਗਾ? ਕੁਝ ਵੀ ਨਹੀਂ ਹੋਵੇਗਾ। ਕਹਿੰਦੇ ਨੇ ਆਪਣੇ ਆਪ ਨੂੰ ਮੌਤ ਤੋਂ ਬਚਾਉਣ ਵਾਸਤੇ ਹੁਣ ਉਪਰਾਲੇ ਕਰਦਾ ਹੈ, ਯਤਨ ਕਰਦਾ ਹੈ, ਪਰ ਕਹਿੰਦੇ ਇੱਕ ਦਿਨ ਆਉਂਦਾ ਹੈ, ਆਇਓ ਚੋਰ ਤੁਰੰਤੈ ਲੈ ਗੋ, ਜਮ ਰੂਪੀ ਚੋਰ ਆਉਂਦਾ ਹੈ, ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਲੈ ਜਾਂਦਾ ਹੈ, ਇਹਨੂੰ ਖਬਰ ਵੀ ਨਹੀਂ ਰਹਿੰਦੀ। ਫਿਰ ਅੱਗੇ ਕਹਿੰਦੇ ਨੇ ਚਰਨ ਸੀਸ ਕਰ ਕੰਪਣ ਲਾਗੈ, ਨੈਣੀ ਨੀਰ ਅਸਾਰ ਬਹੈ। ਕਹਿੰਦੇ ਬਚਪਨਾ ਗਿਆ, ਜਵਾਨੀ ਚਲੇਗੀ, ਬੁਢੇਪੇ ਵਿੱਚ ਆ ਗਿਆ। ਹੁਣ ਇਹਦਾ ਸਿਰ ਵੀ ਕੰਬਦਾ ਹੈ, ਇਹਦੇ ਪੈਰ ਵੀ ਕੰਬਦੇ ਨੇ, ਇਹਦੇ ਹੱਥ ਵੀ ਕੰਬਦੇ ਨੇ, ਅੱਖਾਂ ਦੇ ਵਿੱਚੋਂ ਆਪ ਮੁਹਾਰੇ ਪਾਣੀ ਵਗਦਾ ਰਹਿੰਦਾ ਹੈ। ਕਹਿੰਦੇ ਨੇ ਚਰਨ ਸੀਸ ਕਰ ਕੰਪਣ ਲਾਗੈ, ਨੈਣੀ ਨੀਰ ਅਸਾਰ ਬਹੈ, ਜੇਵਾ ਬਚਨ ਸੁਧ ਨਹੀਂ ਨਿਕਸੇ, ਤਬ ਰੇ ਧਰਮ ਕੀ ਆਸ ਕਰੈ। ਕਹਿੰਦੇ ਨੇ ਹੁਣ ਜ਼ੁਬਾਨ ਦੇ ਵਿੱਚੋਂ ਵੀ ਇਹਦੇ ਕੋਲ ਸ਼ੁੱਧ ਬਚਨ, ਸ਼ੁੱਧ ਬਾਣੀ ਨਹੀਂ ਬੋਲੀ ਜਾਂਦੀ, ਸ਼ਬਦ ਸ਼ੁੱਧ ਨਹੀਂ ਉਚਾਰਨ ਹੁੰਦਾ, ਹੁਣ ਧਰਮ ਦੀ ਆਸ ਕਰਦਾ ਹੈ। ਭਾਵ ਵੀ ਜਦੋਂ ਪੈਰ ਸੱਚ ਦੇ ਮਾਰਗ ਤੇ ਤੁਰਨ ਦਾ ਵੇਲਾ ਸੀ, ਇਹਨਾਂ ਪੈਰਾਂ ਨਾਲ ਚੱਲ ਕੇ ਸੱਚ ਦੇ ਮਾਰਗ ਦਾ ਪਾਂਧੀ ਬਣਨਾ ਸੀ, ਉਹ ਪੈਰ, ਉਹ ਲੱਤਾਂ ਇਹਨੇ ਵਿਕਾਰਾਂ ਦੇ ਮਾਰਗ ਤੇ ਤੋਰੀ ਰੱਖੀਆਂ। ਭੈੜੇ ਮਾਰਗ ਤੇ, ਝੂਠ ਦੇ ਮਾਰਗ ਤੇ, ਵਿਕਾਰਾਂ ਦੇ ਮਾਰਗ ਤੇ ਦਿਨ ਰਾਤ ਇਹ ਤੁਰਿਆ, ਦੌੜ ਭੱਜ ਕੀਤੀ। ਤੇ ਜਦੋਂ ਇਹ ਦਿਮਾਗ ਜਿਹੜਾ ਸੀ, ਚੰਗੀ ਸੋਚ ਵਿਚਾਰ ਕਰਨ ਦਾ ਵੇਲਾ ਸੀ, ਚੰਗੀ ਸੋਚ ਵਿਚਾਰ ਕਰਕੇ ਇਸ ਜੀਵਨ ਦੇ ਨਾਲ ਭਲਾ ਕਰਨ ਦਾ ਵੇਲਾ ਸੀ, ਉਦੋਂ ਇਸ ਨੇ ਨਾ ਤੇ ਚੰਗੀ ਸੋਚ ਵਿਚਾਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈ। ਇਹਦੇ ਦਿਮਾਗ ਦੇ ਵਿੱਚ ਵਿਚਾਰਾਂ ਚੱਲਦੀਆਂ ਰਹੀਆਂ, ਕਿਸੇ ਨੂੰ ਕਿਵੇਂ ਠੱਗਣਾ ਹੈ, ਕਿਸੇ ਨੂੰ ਕਿਵੇਂ ਡੇਗਣਾ ਹੈ, ਕਿਸੇ ਨੂੰ ਕਿਵੇਂ ਨੀਵਾਂ ਦਿਖਾਉਣਾ ਹੈ, ਕਿਸੇ ਦਾ ਬਣਦਾ ਕੰਮ ਕਿਵੇਂ ਵਿਗਾੜਨਾ ਵਾ, ਕਿਸੇ ਨੂੰ ਬਦਨਾਮ ਕਿਵੇਂ ਕਰਨਾ ਵਾ। ਇਹ ਵਿਚਾਰਾਂ ਇਹਦੇ ਅੰਦਰ ਚੱਲਦੀਆਂ ਰਹੀਆਂ, ਦਿਮਾਗ ਦਾ ਵੀ ਸਹੀ ਇਸਤੇਮਾਲ ਨਾ ਕਰ ਸਕਿਆ। ਲੁੱਟਾ ਖੋਈ, ਠੱਗੀ, ਬੇਈਮਾਨੀ, ਉਹਨਾਂ ਦੇ ਵਿੱਚ ਹੀ ਆਪਣੀ ਇਹ ਮੱਤ ਨੂੰ ਵਰਤਦਾ ਰਿਹਾ, ਚਤੁਰਾਈਆਂ ਵਰਤਦਾ ਰਿਹਾ। ਆਪਾਂ ਪੜ੍ਹਦੇ ਨਾ, ਬਹੁ ਪਰਪੰਚ ਕਰ ਪਰ ਧਨ ਲਿਆਵੈ। ਬਹੁਤ ਸਾਰੀ ਚਲਾਕੀਆਂ, ਚਤੁਰਾਈਆਂ, ਪਰਪੰਚ ਕਰਕੇ, ਵੱਲ ਛਲ ਕਰਕੇ ਪਰਾਇਆ ਧਨ ਲਿਆਉਂਦਾ। ਇਹ ਦਿਮਾਗ ਨੂੰ ਉਸ ਢੰਗ ਨਾਲ ਵਰਤਦਾ। ਕਹਿੰਦੇ ਨੇ ਸੀਸ ਚਰਨ ਕਰ ਕੰਪਣ ਲਾਗੈ। ਹੁਣ ਹੱਥ ਜਿਹੜੇ ਨੇ ਉਹ ਕੰਬਦੇ ਨੇ। ਇਹਨਾਂ ਹੱਥਾਂ ਦੇ ਨਾਲ ਜਵਾਨੀ ਵੇਲੇ ਉਦਮ ਕਰਕੇ, ਮਿਹਨਤ ਕਰਕੇ ਕਿਸੇ ਦਾ ਭਲਾ ਕਰਨਾ ਸੀ, ਕਿਸੇ ਦੀ ਤਲੀ ਤੇ ਕੁਝ ਕਮਾ ਕੇ ਰੱਖਣਾ ਸੀ, ਕੁਝ ਸੇਵਾ ਕਰਨੀ ਸੀ, ਕੁਝ ਭਲਾ ਸੰਸਾਰ ਦਾ ਕਰਨਾ ਸੀ। ਹੁਣ ਹੱਥ ਹੁਣ ਬੁੱਢੇ ਹੋ ਚੁੱਕੇ ਨੇ, ਕੰਬਦੇ ਨੇ, ਆਪਣਾ ਆਪ ਵੀ ਨਹੀਂ ਸੰਭਾਲਿਆ ਜਾਂਦਾ, ਇਹਦੇ ਕੋਲ ਆਪ ਤੁਰਨਾ ਔਖਾ ਹੋ ਗਿਆ। ਹੁਣ ਸੋਚ ਵਿਚਾਰ ਸ਼ਕਤੀ ਉਹ ਨਹੀਂ ਰਹੀ, ਹੱਥਾਂ ਦੇ ਵਿੱਚ ਇੰਨੀ ਤਾਕਤ ਵੀ ਨਹੀਂ ਰਹੀ ਵੀ ਆਪਣੇ ਆਪ ਇਹ ਗਲਾਸ ਪਾਣੀ ਦਾ ਫੜ ਸਕੇ, ਉਹ ਵੀ ਕੰਬਦਾ ਹੈ ਹੱਥ। ਫਿਰ ਕਹਿੰਦੇ ਨੇ ਜਿਨ੍ਹਾਂ ਬਚਨਾਂ ਦੇ ਨਾਲ ਇਹਨੇ ਸ਼ਬਦ ਉਚਾਰਨ ਕਰਨੇ ਸਨ, ਜਿਸ ਮੁਖ ਦੇ ਨਾਲ ਸੱਚ ਬੋਲਣਾ ਸੀ, ਮਿੱਠਾ ਬੋਲਣਾ ਸੀ, ਸਾਰੀ ਉਮਰ ਉਸ ਮੂੰਹ ਦੇ ਨਾਲ ਝੂਠ ਬੋਲਦਾ ਰਿਹਾ, ਕੌੜਾ ਬੋਲਦਾ ਰਿਹਾ, ਫਿੱਕਾ ਬੋਲਦਾ ਰਿਹਾ।
ਹੁਣ ਬਚਨ ਵੀ ਸ਼ੁੱਧ ਨਹੀਂ ਇਹਦੇ ਅੰਦਰੋਂ ਨਿਕਲਦੇ। ਹੁਣ ਧਰਮ ਕਮਾਉਣ ਦੀ ਆਸ ਲਾ ਕੇ ਬੈਠਾ, ਹੁਣ ਕਿਵੇਂ ਧਰਮ ਕਮਾਇਆ ਜਾਏਗਾ? ਅਬ ਜਵਾਨੀ ਵੇਲੇ ਹੀ ਵੇਲਾ ਸੀ ਕਿ ਇਹ ਧਰਮ ਨੂੰ ਕਮਾ ਕੇ, ਇਹ ਜੀਵਨ ਨੂੰ ਪਰਉਪਕਾਰੀ ਬਣਾ ਕੇ ਰੱਬ ਦੀਆਂ ਨਜ਼ਰਾਂ ਵਿੱਚ, ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੁੰਦਾ। ਹੁਣ ਚਾਹ ਕੇ ਵੀ ਇਹ ਮਨੁੱਖ ਧਰਮ ਨਹੀਂ ਕਮਾ ਸਕਦਾ, ਕਿਉਂਕਿ ਲੱਤਾਂ ਵਿੱਚ ਜਾਨ ਨਹੀਂ ਰਹੀ, ਹੱਥਾਂ ਵਿੱਚ ਜਾਨ ਨਹੀਂ ਰਹੀ, ਸੋਚ ਵਿਚਾਰ ਵਾਲੀ ਉਹ ਸ਼ਕਤੀ ਨਹੀਂ ਰਹੀ, ਤਾਕਤ ਨਹੀਂ ਰਹੀ ਕਿ ਸਮਾਜ ਸੰਸਾਰ ਦੇ ਭਲੇ ਵਾਸਤੇ ਉਹਨੂੰ ਵਰਤਦਾ, ਪਰ ਨਹੀਂ ਰਹੀ। ਕਹਿੰਦੇ ਨੇ ਸੀਛ ਚਰਨ ਕਰ ਕੰਪਣ ਲਾਗੈ, ਨੈਣੀ ਨੀਰ ਅਸਾਰ ਬਹੈ, ਜੇਵਾ ਬਚਨ ਸ਼ੁੱਧ ਨਹੀਂ ਨਿਕਸੇ, ਤਬਲੇ ਧਰਮ ਕੀ ਆਸ ਕਰੈ। ਫਿਰ ਅੱਗੇ ਕਹਿੰਦੇ ਨੇ ਵੀ ਹਰ ਜਿਉ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਿਓ, ਪਰ ਜਿਸ ਉੱਤੇ ਮਾਲਕ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹਨੂੰ ਆਪਣੇ ਚਰਨਾਂ, ਆਪਣੇ ਨਾਮ ਦੇ ਵਿੱਚ ਉਹਦੀ ਲਿਵ ਜੋੜ ਲੈਂਦੇ ਨੇ, ਜਿਹਦੇ ਉੱਤੇ ਉਹ ਕਿਰਪਾ ਕਰਦਾ, ਰਹਿਮਤ ਕਰਦਾ। ਜਿਸ ਮਨੁੱਖ ਨੂੰ ਆਪਣੇ ਜੀਵਨ ਮਨੋਰਥ ਦਾ ਪਤਾ, ਜਿਸ ਨੇ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਸ਼ੁਰੂ ਕੀਤਾ, ਜਿਉਣਾ ਸ਼ੁਰੂ ਕੀਤਾ, ਉਹਦੀ ਲਿਵ ਉਸ ਮਾਲਕ ਨਾਲ ਜੁੜਦੀ ਹੈ। ਫਿਰ ਕਹਿੰਦੇ ਨੇ ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਕਹਿੰਦੇ ਨੇ ਉਸ ਨੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਪਰਮੇਸ਼ਰ ਦੇ ਨਾਮ ਧਨ ਦੀ ਪੂੰਜੀ ਇਕੱਠੀ ਕਰ ਲਈ। ਕਿੰਨੇ ਜਣੇ ਗੁਰੂ ਨਾਲ ਆਪਣੇ ਆਪ ਨੂੰ ਜੋੜਿਆ ਸੀ, ਜਿਹਨੇ ਆਪਣੀ ਇਸ ਉਮਰ ਨੂੰ, ਆਪਣੇ ਇਸ ਸਮੇਂ ਨੂੰ, ਆਪਣੇ ਪਲਾਂ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ, ਮਾਇਆ ਦੇ ਮੋਹ ਵਿੱਚ ਗਰਕ ਹੋਣੋਂ ਬਚਾਇਆ। ਇੱਕ ਇੱਕ ਪਲ ਨੂੰ ਬੜਾ ਕੀਮਤੀ ਮੰਨਿਆ ਉਸਨੇ। ਉਹਨੇ ਪ੍ਰਭੂ ਦਾ ਨਾਮ ਧਨ ਇਹ ਇਕੱਠਾ ਕਰ ਲਿਆ। ਫਿਰ ਅੱਗੇ ਕਹਿੰਦੇ ਨੇ ਕਹਿਤ ਕਬੀਰ ਸੁਨੋਰੇ ਸੰਤੋ, ਅਨ ਧਨ ਕਛੂਏ ਲੈ ਨਾ ਗਇਓ, ਆਈ ਤਲਬ ਗੋਪਾਲ ਰਾਏਗੀ, ਮਾਇਆ ਮੰਦਰ ਛੋੜ ਚੱਲਿਓ। ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਸੰਤ ਜਨੋ, ਹੇ ਸੰਸਾਰ ਤੇ ਲੋਕੋ, ਮਨੁੱਖ ਜਿਤਨੀ ਮਰਜ਼ੀ ਦੌੜ ਭੱਜ ਕਰ ਲੈ, ਜਵਾਨੀ ਵੀ ਆਪਣੀ ਧਨ ਪਦਾਰਥ ਇਕੱਠਿਆਂ ਕਰਨ ਵਿੱਚ ਲਗਾ ਦੇਵੇ, ਬੁਢੇਪੇ ਦਾ ਸਮਾਂ ਵੀ ਗੁਜ਼ਾਰ ਦੇਵੇ, ਜਿੰਨਾ ਮਰਜ਼ੀ ਇਕੱਠਾ ਕਰ ਲੈ, ਉਹਦੇ ਨਾਲ ਕੁਝ ਨਹੀਂ ਜਾਣਾ। ਹਾਂ, ਉਸ ਜਵਾਨੀ ਦੇ ਵਿੱਚ, ਉਸ ਬੁਢੇਪੇ ਦੇ ਵਿੱਚ ਦੌੜ ਭੱਜ ਕਰਦੇ ਹਾਂ, ਜੋ ਉਸਨੇ ਚੰਗੇ ਮੰਦੇ ਕਰਮ ਕੀਤੇ, ਉਹਨਾਂ ਦੀ ਰਾਸ ਪੂੰਜੀ ਇਹਦੇ ਨਾਲ ਜ਼ਰੂਰ ਤੁਰੇਗੀ। ਲੇਖਾ ਜੋਖਾ ਕਰਮਾਂ ਦਾ ਨਾਲ ਜ਼ਰੂਰ ਚੱਲੇਗਾ, ਉਹ ਜ਼ਰੂਰ ਦੇਣਾ ਪਵੇਗਾ ਇਹਨੂੰ। ਤੇ ਕਹਿੰਦੇ ਨੇ ਇਹ ਮੰਦਰ, ਇਹ ਮਾਇਆ, ਇਹ ਧਨ, ਇਹ ਦੌਲਤ, ਇਹ ਪਦਾਰਥ ਕੁਝ ਵੀ ਬੰਦੇ ਦੇ ਨਾਲ ਨਹੀਂ ਜਾਂਦੇ, ਤੇ ਇਹਨਾਂ ਦੇ ਵਿੱਚ ਖਚਤ ਹੋ ਕੇ ਇਨਸਾਨ ਆਪਣੀ ਉਮਰ ਗਵਾ ਜਾਂਦਾ ਹੈ। ਆਪਣੇ ਜੀਵਨ ਦੇ ਪਲ, ਆਪਣੇ ਜੀਵਨ ਦੀਆਂ ਘੜੀਆਂ, ਸਾਰੀ ਦੀ ਸਾਰੀ ਉਮਰ ਵਿਅਰਥ ਗਵਾ ਕੇ ਚਲਿਆ ਜਾਂਦਾ। ਤੇ ਸਤਿਗੁਰ ਜੀ ਅੱਜ ਕਹਿ ਰਹੇ ਨੇ ਅਨਦਿਨ ਆਰਜਾ ਛਿਜਦੀ ਜਾਏ। ਕਹਿੰਦੇ ਨੇ ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ, ਤੇਰੇ ਜੀਵਨ ਦੇ ਪਲ ਘਟਦੇ ਜਾ ਰਹੇ ਹਨ। ਔਦ ਕਟੈ ਦਿਨ ਸਰੈਣ ਆਰੇ, ਕਹਿੰਦੇ ਦਿਨ ਰਾਤ ਕਰਕੇ ਤੇਰੀ ਉਮਰ ਘਟ ਰਹੀ ਹੈ, ਮਨ ਗੁਰ ਮਿਲ ਕਾਜ ਸਵਾਰੇ। ਅਜੇ ਵੀ ਵੇਲਾ ਹੀ, ਗੁਰੂ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਮਨੋਰਥ ਪੂਰਾ ਕਰ ਲਾ, ਰੱਬੀ ਮਿਲਾਪ ਦਾ ਕਾਰਜ ਪੂਰਾ ਕਰ ਲਾ, ਸਫਲ ਕਰ ਲਾ। ਪਰ ਬੰਦਾ ਨਹੀਂ ਮੰਨਦਾ। ਇੱਕ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ ਹੈ ਕੁਛ ਆਹੋਂ ਮੇਂ ਕਟ ਗਈ, ਕੁਛ ਗੁਨਾਹੋਂ ਮੇਂ ਕਟ ਗਈ। ਵੀ ਕੁਝ ਉਮਰ ਦਾ ਹਿੱਸਾ ਹੌਕੇ ਲੈਂਦਿਆਂ ਹੋਇਆਂ ਕੱਟ ਗਿਆ, ਚਿੰਤਾ ਗਮ ਇਹਨਾਂ ਦੇ ਵਿੱਚ ਵਿਚਰਦਿਆਂ ਕੱਟ ਗਿਆ, ਕੁਝ ਗੁਨਾਹਾਂ ਕਰਦਿਆਂ, ਪਾਪ ਕਰਦਿਆਂ ਕੱਟ ਗਿਆ। ਕੁਝ ਆਹੋਂ ਮੇਂ कट गई, कुछ गुनाहों में कट गई, मंजिल की ओर चलने वाले राही मंजिल पे जा पहुंचे, पर रस्ते बदलने वालों की राहों में कट गई। ਜਿਹੜੇ ਪਰਮਾਤਮਾ ਨੂੰ ਮਿਲਾਪ ਦੀ ਮੰਜ਼ਿਲ ਸਮਝ ਕੇ ਉਸ ਰਸਤੇ ਉੱਤੇ ਤੁਰੇ, ਉਹਨਾਂ ਨੂੰ ਤੇ ਮੰਜ਼ਿਲ ਮਿਲ ਗਈ। ਉਹ ਤੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਬਾਕੀ ਰਸਤੇ ਬਦਲਣ ਵਾਲੇ
ਜਿਨ੍ਹਾਂ ਨੇ ਕੋਈ ਮੰਜ਼ਿਲ ਨਹੀਂ ਸੀ ਮਿੱਥੀ, ਉਹ ਰਸਤਿਆਂ ਦੇ ਵਿੱਚ ਹੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਏ। ਤਾਂ ਹੀ ਤੇ ਮੇਰੇ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ, ਗੁਰੂ ਜੀ ਕਹਿੰਦੇ ਆ ਵੀ ਭਈ ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕਉ ਪਈਏ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈਏ ਹੈ। ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਥਿਰ ਰਹਿਣ ਵਾਲੀ ਕੋਈ ਛੈ ਨਹੀਂ, ਕੋਈ ਚੀਜ਼ ਨਹੀਂ, ਇਸ ਕਰਕੇ ਤੂੰ ਰੱਬ ਵਾਲੇ ਪਾਸੇ ਸਿੱਧਾ ਤੁਰਿਆ ਜਾ। ਕਹਿੰਦੇ ਨੇ ਆਪਣੇ ਆਪ ਨੂੰ ਥਿਰ ਰਹਿਣ ਵਾਲਾ ਨਾ ਸਮਝੀ, ਕਿਉਂਕਿ ਬੜਾ ਵੱਡਾ ਧੱਕਾ ਵੱਜਦਾ ਹੀ, ਪਤਾ ਨਹੀਂ ਕਦੋਂ ਕੁਕਰਮਾਂ ਤੇ ਵਿਕਾਰਾਂ ਦੀ ਖੱਡ ਵਿੱਚੋਂ ਧੱਕਾ ਪੈ ਕੇ ਤੈਨੂੰ ਗਰਕ ਕਰ ਦੇਵੇ, ਤੈਨੂੰ ਸੁੱਟ ਦੇਵੇ। ਇਸ ਕਰਕੇ ਰੱਬ ਵਾਲੇ ਪਾਸੇ ਤੁਰ, ਗੁਰੂ ਵਾਲੇ ਪਾਸੇ ਤੁਰ, ਗੁਰੂ ਦੇ ਦਰਸਾਏ ਮਾਰਗ ਤੇ ਤੁਰ, ਤਾਂ ਕਿ ਤੇਰੇ ਸਵਾਸ ਸਫਲ ਹੋ ਸਕਣ। ਹੁਣ ਜਿੰਨੇ ਸਵਾਸ ਸਾਡੇ ਗੁਜ਼ਰ ਗਏ ਉਹ ਤੇ ਵਾਪਸ ਨਹੀਂ ਆਉਣੇ, ਜਿੰਨੇ ਦਿਨ ਸਾਡੀ ਜ਼ਿੰਦਗੀ ਦੇ ਗੁਜ਼ਰ ਗਏ ਉਹ ਨਹੀਂ ਵਾਪਸ ਆਉਣੇ। ਅੱਗੇ ਜਿਹੜੇ ਬੱਚੇ ਨੇ ਸਵਾਸ, ਉਹਨਾਂ ਨੂੰ ਸੱਚ ਨਾਲ ਜੋੜ ਕੇ, ਉਹਨਾਂ ਨੂੰ ਸੰਤੋਖ ਨਾਲ ਜੋੜ ਕੇ, ਦਇਆ, ਨਿਮਰਤਾ, ਨਿਰਵੈਰਤਾ, ਪਰਉਪਕਾਰ, ਇਹਨਾਂ ਗੁਣਾਂ ਦੀ ਵਰਤੋਂ ਕਰਦਿਆਂ ਉਹਨਾਂ ਸਵਾਸਾਂ ਨੂੰ ਆਪਾਂ ਬਤੀਤ ਕਰੀਏ, ਤਾਂ ਕਿ ਸਾਡਾ ਜੀਵਨ ਰਹਿੰਦਾ ਹੋਇਆ ਹੀ ਇਹ ਸਫਲ ਹੋ ਜਾਏ। ਆਉਣ ਵਾਲੀਆਂ ਘੜੀਆਂ ਹੀ ਸਾਨੂੰ ਰੱਬ ਦੇ ਘਰ ਦੇ ਵਿੱਚ ਸੁਰਖਰੂ ਕਰਾ ਦੇਣ। ਅਜੇ ਵੀ ਸਮਾਂ ਸਾਡੇ ਕੋਲ, ਤੇ ਇੱਥੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਅਨਦਿਨ ਆਰਜਾ ਸਿਜਦੀ ਜਾਏ, ਰਹਿਣ ਦਿਨਸ ਦੋਇ ਸਾਖੀ ਆਏ। ਕਹਿੰਦੇ ਨੇ ਦਿਨ ਰਾਤ ਕਰਕੇ ਮਨੁੱਖ ਦੀ ਅਰਬਲਾ ਜਿਹੜੀ ਹੈ ਘਟਦੀ ਜਾ ਰਹੀ ਹੈ, ਤੇ ਦਿਨ ਰਾਤ ਜਿਹੜੇ ਬਤੀਤ ਹੋ ਰਹੇ ਆ ਨਾ, ਇਹ ਗਵਾਹੀ ਭਰਦੇ ਪਏ ਨੇ, ਕਿਉਂਕਿ ਦਿਨ ਰਾਤ ਗੁਜ਼ਰ ਰਹੇ ਨੇ। ਜਿਹੜਾ ਦਿਨ ਚਲਿਆ ਗਿਆ ਸਾਡੀ ਜ਼ਿੰਦਗੀ ਵਿੱਚੋਂ ਉਹ ਕਦੇ ਵਾਪਸ ਨਹੀਂ ਆਉਣਾ, ਜਿਹੜੀ ਰਾਤ ਚਲੀ ਗਈ ਗੁਜ਼ਰ ਗਈ ਉਹ ਵਾਪਸ ਨਹੀਂ ਆਉਣੀ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ ਮਾਧਵੇ, ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਤੇਰੀ ਉਮਰਾਂ ਰੂਪੀ ਨਦੀ ਵਗਦੀ ਤੁਰੀ ਜਾ ਰਹੀ ਹੈ, ਵਗਦਾ ਹੋਇਆ ਵਹਿਣ ਪਾਣੀ ਕਦੇ ਵਾਪਸ ਆਇਆ? ਮਨੁੱਖ ਨੂੰ ਜਿਹੜਾ ਛੱਡ ਕੇ ਲੰਘ ਗਿਆ ਅੱਗੇ, ਉਹ ਨਹੀਂ ਵਾਪਸ ਆਉਂਦਾ। ਇਵੇਂ ਸਵਾਸ ਨੇ, ਇਵੇਂ ਇਹ ਜ਼ਿੰਦਗੀ ਦੇ ਪਲ ਨੇ। ਤੇ ਸਤਿਗੁਰ ਜੀ ਕਹਿ ਰਹੇ ਨੇ ਕਿ ਦਿਨ ਤੇ ਰਾਤ ਇਹ ਗਵਾਹੀ ਭਰ ਰਹੇ ਨੇ ਵੀ ਇਹ ਦਿਨ ਰਾਤ ਤੇਰੇ ਤੋਂ ਜੁਦਾ ਹੋ ਰਹੇ ਨੇ। ਇਸ ਕਰਕੇ ਭਈ ਆਪਣੇ ਜੀਵਨ, ਆਪਣੀਆਂ ਘੜੀਆਂ ਦੀ ਸੰਭਾਲ ਕਰ। ਕਹਿੰਦੇ ਨੇ ਰਹਿਣ ਦਿਨਸ ਦੋਇ ਸਾਖੀ ਆਏ, ਮਨਮੁਖ ਅੰਧ ਨਾ ਚੇਤੈ ਮੋੜਾ, ਸਿਰ ਉੱਪਰ ਕਾਲ ਰਵਾਇੰਦਾ। ਪਰ ਮਨਮੁਖ ਬੰਦਾ ਮਾਇਆ ਦੇ ਮੋਹ ਦੇ ਵਿੱਚ ਖਿੱਚ ਤੁੱਕ ਕੇ ਜੀਵਨ ਬਤੀਤ ਕਰਨ ਵਾਲਾ, ਉਹ ਨਹੀਂ ਜਾਣਦਾ, ਨਹੀਂ ਸਮਝਦਾ ਵੀ ਮੇਰੀ ਜ਼ਿੰਦਗੀ ਦੇ ਵਿੱਚੋਂ ਪਲ ਪਲ ਕਰਕੇ, ਘੜੀਆਂ ਕਰਕੇ ਦਿਨ ਘਟਦੇ ਜਾ ਰਹੇ ਨੇ, ਸਵਾਸ ਘਟਦੇ ਜਾ ਰਹੇ ਨੇ। ਉਹ ਦਿਨ ਰਾਤ ਮਾਇਆ ਦੇ ਮੋਹ ਦੇ ਵਿੱਚ ਖਚਤ ਰਹਿੰਦਾ ਹੈ। ਉਹਦੇ ਸਿਰ ਦੇ ਉੱਪਰ ਮੌਤ ਖਲੋ ਕੇ ਹੱਸਦੀ ਹੈ। ਮਿਰਤ ਹੱਸੈ ਸਿਰ ਉਪਰੈ, ਪਸ਼ੂਆਂ ਨਹੀਂ ਬੁੱਝੈ। ਇਹ ਬੁੱਝਦਾ ਨਹੀਂ, ਸਮਝਦਾ ਨਹੀਂ। ਅੱਗੇ ਫਿਰ ਕਹਿੰਦੇ ਆ, ਮਨ ਤਨ ਸ਼ੀਤਲ ਗੁਰ ਚਰਣੀ ਲਾਗਾ। ਕਹਿੰਦੇ ਨੇ ਪਰ ਜਿਹੜਾ ਗੁਰੂ ਦੀ ਚਰਨੀ ਜਾ ਪੈਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਮਨ ਸ਼ੀਤਲ ਹੋ ਜਾਂਦਾ ਹੈ। ਕਿਉਂਕਿ ਤਪਤ ਕੜਾਹਾ ਬੁਝ ਗਿਆ, ਗੁਰ ਸ਼ੀਤਲ ਨਾਮ ਦਿਓ। ਗੁਰੂ ਦੇ ਕੋਲ ਸ਼ੀਤਲਤਾ ਹੈ, ਗੁਰੂ ਸ਼ੀਤਲਤਾ ਦਾ ਸੋਮਾ ਹੈ। ਗੁਰੂ ਅੰਦਰੋਂ ਠੰਡਾ ਠਾਰ ਕਰਦਾ ਹੈ। ਆਪਾਂ ਪੜ੍ਹਦੇ ਹਾਂ ਗੁਰੂ ਜੀ ਦੀ ਬਾਣੀ ਵਿੱਚੋਂ, ਬੜਾ ਪਿਆਰਾ ਸ਼ਬਦ ਆਉਂਦਾ ਹੈ, ਕਹਿੰਦੇ ਗੁਰ ਦਾਤਾ ਗੁਰ ਹੇਵੈ ਘਰ। ਜਿੱਥੇ ਗੁਰੂ ਸਾਰੀਆਂ ਚੀਜ਼ਾਂ ਦਾ, ਪਦਾਰਥਾਂ ਦਾ ਦਾਤਾ ਹੈ, ਮਾਲਕ ਹੈ, ਉੱਥੇ ਗੁਰੂ ਬਰਫ਼ ਦਾ ਘਰ ਹੈ। ਗੁਰ ਹੇਵੈ ਘਰ, ਗੁਰੂ ਬਰਫ਼ ਦਾ ਘਰ ਹੈ। ਤਪਦਾ ਹੋਇਆ, ਲੂੰਦਾ ਹੋਇਆ ਬੰਦਾ, ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੋਇਆ ਬੰਦਾ, ਅੰਦਰੋਂ ਤਪਸ਼ਦਾ ਮਾਰਿਆ ਬੰਦਾ, ਜਦੋਂ ਐਸੇ ਗੁਰੂ ਦੇ ਕੋਲ ਆਉਂਦਾ ਹੈ, ਗੁਰੂ ਨਾਮ ਦੀਆਂ ਬੂੰਦਾਂ ਪਾ ਕੇ ਉਹਨੂੰ ਠੰਡਾ ਠਾਰ ਕਰਦਾ ਹੈ, ਉਹਨੂੰ ਸ਼ੀਤਲ ਕਰ ਦਿੰਦਾ ਹੈ, ਉਹਦੇ ਅੰਦਰ ਦੀ ਅਗਨ ਬੁਝਾ ਦਿੰਦਾ ਹੈ।
ਉਹਨੂੰ ਅੰਦਰੋਂ ਠੰਡਾ ਠਾਰ ਕਰ ਦਿੰਦਾ ਹੈ। ਤੇ ਇੱਥੇ ਕਹਿ ਰਹੇ ਨੇ ਮਨ ਤਨ ਸ਼ੀਤਲ ਗੁਰ ਚਰਣੀ ਲਾਗਾ, ਉਸ ਦਾ ਤਨ ਮਨ ਸ਼ਾਂਤ ਹੋ ਜਾਂਦਾ। ਕਿਤੇ ਕ੍ਰੋਧ ਨੇ ਉਹਨੂੰ ਜਲਾਇਆ ਹੋਇਆ ਹੈ, ਕਿਤੇ ਲੋਭ ਨੇ ਉਹਨੂੰ ਸਾੜਿਆ ਹੋਇਆ ਹੈ, ਭਟਕਾਇਆ ਹੋਇਆ ਹੈ, ਕਿਤੇ ਕਾਮ ਨੇ ਉਹਨੂੰ ਅੰਦਰੋਂ ਤਪਾਇਆ ਹੋਇਆ ਹੈ, ਕਿਤੇ ਕ੍ਰੋਧ ਨੇ ਉਹਨੂੰ ਅੰਦਰੋਂ ਸਾੜਿਆ ਤੇ ਦੁਖੀ ਕੀਤਾ ਹੋਇਆ ਹੈ, ਹੰਕਾਰ ਨੇ ਉਹਨੂੰ ਤਪਾਇਆ ਹੋਇਆ ਹੈ। ਕਹਿੰਦੇ ਨੇ ਗੁਰੂ ਕੋਲ ਜਦੋਂ ਆਉਂਦਾ ਗੁਰੂ ਠੰਡਾ ਠਾਰ ਕਰ ਦਿੰਦਾ, ਸ਼ਾਂਤ ਕਰ ਦਿੰਦਾ। ਫਿਰ ਅੱਗੇ ਕਹਿੰਦੇ ਆ ਜੀ, ਸਦਾ ਆਨੰਦ ਸੱਚੇ ਗੁਣ ਗਾਵੇ, ਸੱਚ ਬਾਣੀ ਬੋਲਾਇਂਦਾ। ਜਿਹੜੇ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹਨਾਂ ਦੇ ਜ਼ਿੰਦਗੀ ਵਿੱਚ ਆਨੰਦ ਬਣਿਆ ਰਹਿੰਦਾ। ਸਦਾ ਆਨੰਦ ਸੱਚੇ ਗੁਣ ਗਾਵੇ, ਸੱਚ ਬਾਣੀ ਬੋਲਾਇਂਦਾ। ਕਹਿੰਦੇ ਨੇ ਪ੍ਰਭੂ ਆਪ ਕਿਰਪਾ ਕਰਕੇ ਉਹਨਾਂ ਨੂੰ ਸਿਫਤੋ ਸਲਾਹ ਦੀ ਬਾਣੀ ਉਹਨਾਂ ਦੇ ਮੁਖ ਦੇ ਵਿੱਚੋਂ ਉਚਾਰਦਾ ਹੈ। ਉਹ ਬਾਣੀ ਦੇ ਵਿੱਚੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਹਨ। ਫਿਰ ਅੱਗੇ ਕਹਿੰਦੇ ਨੇ ਜਿਨ ਤੂੰ ਜਾਤਾ ਕਰਮ ਵਿਧਾਤਾ, ਹੇ ਪ੍ਰਭੂ ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਜੀਵਾਂ ਨੂੰ, ਤੇ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਪੂਰੇ ਭਾਗ ਗੁਰ ਸ਼ਬਦ ਪਛਾਤਾ। ਕਹਿੰਦੇ ਨੇ ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਤੈਨੂੰ ਹਰ ਥਾਂ ਵਸਦਾ ਪ੍ਰਤੀਤ ਕਰ ਲੈਂਦਾ। ਸਾਨੂੰ ਉਸ ਮਾਲਕ ਨੇ ਸਾਡੇ ਕਰਮ, ਸਾਡੇ ਲੇਖ ਸੰਸਕਾਰ ਵੇਖ ਕੇ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਤੇ ਫਿਰ ਜਿਹਨੂੰ ਗੁਰੂ ਨਾਲ ਉਹ ਜੋੜਦਾ ਹੈ, ਗੁਰੂ ਦੇ ਸ਼ਬਦ ਦੇ ਰਾਹੀਂ ਆਪਣੀ ਜਾਣ ਪਛਾਣ ਉਹ ਕਰਵਾ ਲੈਂਦਾ ਹੈ। ਕਹਿੰਦੇ ਨੇ ਉਹਦਾ ਜੀਵਨ ਉਹ ਸਫਲ ਕਰ ਦਿੰਦਾ ਹੈ। ਕਹਿੰਦੇ ਜਤ ਪਤ ਸੱਚ ਸੱਚਾ ਸੱਚ ਸੋਈ, ਹਉਮੈ ਮਾਰ ਮਿਲਾਏਂਦਾ। ਜਿਸ ਮਨੁੱਖ ਤੇ ਉਹ ਕਿਰਪਾ ਕਰਦਾ ਹੈ ਉਹਦੇ ਅੰਦਰੋਂ ਹਉਮੈ ਮਿਟਦੀ ਹੈ, ਵਿਕਾਰਾਂ ਦਾ ਪ੍ਰਭਾਵ ਖਤਮ ਹੁੰਦਾ ਹੈ ਤੇ ਉਹ ਪਰਮਾਤਮਾ ਉਹਨੂੰ ਆਪਣੇ ਵਿੱਚ ਮਿਲਾਉਂਦਾ ਹੈ ਤੇ ਪਰਮਾਤਮਾ ਹੀ ਉਹਦੀ ਜਾਤ ਹੈ ਤੇ ਪਰਮਾਤਮਾ ਹੀ ਉਹਦੀ ਇੱਜ਼ਤ ਹੈ। ਪਰਮਾਤਮਾ ਹੀ ਸਭ ਕੁਛ ਉਹਦੇ ਵਾਸਤੇ ਬਣ ਜਾਂਦਾ ਹੈ। ਫਿਰ ਅੱਗੇ ਕਹਿੰਦੇ ਨੇ ਮਨ ਕਠੋਰ ਦੂਜੇ ਭਾਏ ਲਾਗਾ। ਕਹਿੰਦੇ ਨੇ ਉਹ ਮੰਦ ਭਾਗੀ ਮਨੁੱਖ ਭਟਕਣਾ ਵਿੱਚ ਪੈ ਰਹਿੰਦੇ ਨੇ ਜਿਨ੍ਹਾਂ ਦਾ ਮਨ ਕਠੋਰ ਹੈ। ਜਿਹੜੇ ਮਾਇਆ ਦੇ ਮੋਹ ਦੇ ਵਿੱਚ ਖਚਤ ਰਹਿੰਦੇ ਨੇ ਉਹਨਾਂ ਦਾ ਮਨ ਬੜਾ ਕਠੋਰ ਹੈ। ਹੁਣ ਵਜ਼ੀਰ ਖਾਨ ਦਾ ਮਨ ਕਿੰਨਾ ਕਠੋਰ ਸੀ, ਮਾਸੂਮ ਜਿੰਦਾਂ ਨੇ ਉਹਦੇ ਕੋਲ। ਕਿੰਨਾ ਕਠੋਰ ਸੀ ਗੰਗੂ, ਕਿੰਨਾ ਕਠੋਰ ਸੀ ਸੁੱਚਾ ਨੰਦ, ਕਿੰਨੇ ਕਠੋਰ ਸਨ ਉਹ ਕਾਜੀ ਜਿਨ੍ਹਾਂ ਨੇ ਫਤਵਾ ਸੁਣਾਇਆ। ਏਡੀ ਕਠੋਰਤਾ ਕਿ ਛੋਟੇ ਛੋਟੇ ਮਾਸੂਮ ਉਹਨਾਂ ਬੱਚਿਆਂ ਨੂੰ, ਬੁੱਢੜੀ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਠੰਡੇ ਬੁਰਜ ਵਿੱਚ ਭੁੱਖਣ ਭਾਣੇ ਰੱਖਿਆ, ਤਸ਼ੀਏ ਦੇ ਕੇ ਸ਼ਹੀਦ ਕਰ ਦਿੱਤਾ ਹੈ। ਬੜੇ ਕਠੋਰ ਬੰਦੇ ਸਨ। ਇਹੋ ਜਿਹੇ ਕਠੋਰ ਬੰਦੇ ਅੱਜ ਵੀ ਮੌਜੂਦ ਹੈ। ਅੰਦਰ ਖਾਤੇ ਬੰਦੇ ਨੂੰ ਮਾਰ ਦਿੰਦੇ ਨੇ, ਕਿਸੇ ਦਾ ਪੁੱਤ ਖੋਹ ਲੈਂਦੇ ਨੇ, ਗੋਲੀਆਂ ਨਾਲ ਭੁੰਨ ਦਿੰਦੇ ਨੇ। ਇਤਨੀ ਦਰਿੰਦਗੀ, ਇਤਨੀ ਕਠੋਰਤਾ ਅੱਜ ਵੀ ਹੈ। ਵਜ਼ੀਰ ਖਾਂ ਕਿਤੇ ਗਿਆ ਨਹੀਂ, ਸ਼ਕਲ ਸੂਰਤ ਬਦਲੀ ਹੈ, ਚਿਹਰਾ ਬਦਲਿਆ। ਗੰਗੂ ਕਿਤੇ ਗਿਆ ਨਹੀਂ, ਗੰਗੂ ਅੱਜ ਵੀ ਮੌਜੂਦ ਹੈ। ਅੱਜ ਗੰਗੂ ਨੇ ਪੱਗ ਬੰਨ੍ਹ ਲਈ ਹੈ, ਅੱਜ ਗੰਗੂ ਨੇ ਕਛਹਿਰਾ ਵੀ ਪਾ ਲਿਆ, ਉੱਤੋਂ ਦੀ ਕਿਰਪਾਨ ਵੀ ਪਹਿਨ ਲਈ ਹੈ ਤੇ ਗੰਗੂ ਨਾ। ਗੁਰੂ ਨਾਨਕ ਦੇ ਪੁੱਤ ਮਰਵਾਈ ਜਾਂਦਾ ਹੈ, ਪੰਜਾਬ ਦੀ ਜਵਾਨੀ ਦਾ ਘਾਣ ਕਰੀ ਜਾਂਦਾ ਹੈ। ਅੱਜ ਵੀ ਗੰਗੂ ਮੌਜੂਦ ਹੈ, ਅੱਜ ਵੀ ਸੁੱਚਾ ਆਨੰਦ ਮੌਜੂਦ ਹੈ। ਸਰਕਾਰੇ ਦਰਬਾਰੇ ਝੂਠੀ ਗਵਾਹੀ ਦੇ ਕੇ ਅਭਿਅੰਤੇ ਦੇ ਪੋਤਰੇ ਬਿੱਟੂ ਵਰਗੇ ਕੌਣ ਨੇ? ਸੁੱਚਾ ਆਨੰਦ ਤੇ ਹੈ, ਜਿਹੜੇ ਸਿੱਖਾਂ ਦੇ ਖਿਲਾਫ ਅੱਜ ਤੱਕ ਜ਼ਹਿਰ ਉਗਲਦੇ ਨੇ, ਉਹਨਾਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਨੂੰ ਭੰਡਦੇ ਨੇ। ਤੇ ਉਹ ਜੇਲ੍ਹਾਂ ਦੇ ਵਿੱਚ ਉਹ ਗੁਰੂ, ਉਹ ਸਿੱਖ ਜਿਹੜੇ ਹਨ ਜਿਨ੍ਹਾਂ ਨੇ ਕਿਸੇ ਵਕਤ ਪਾਣੀ ਦੀ ਆਵਾਜ਼ ਉਠਾਈ ਸੀ, ਪੰਜਾਬ ਦੇ ਹੱਕਾਂ ਦੀ, ਮਸਲਿਆਂ ਦੀ ਆਵਾਜ਼ ਉਠਾਈ ਸੀ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ। ਜਦੋਂ ਕੋਈ ਉਹਨਾਂ ਦੀ ਸਜ਼ਾ ਪੂਰੀ ਹੋਣ ਤੇ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਕੋਈ ਵਕਾਲਤ ਕਰਦਾ ਹੈ
ਉਦੋਂ ਇਹ ਸੁੱਚਾ ਆਨੰਦ ਇਹ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਖਿਲਾਫ ਭੁਗਤਦੇ ਨੇ। ਸੁੱਚਾ ਆਨੰਦ ਅੱਜ ਵੀ ਮੌਜੂਦ ਹੈ। ਇਹ ਕਠੋਰ ਦਿਲ ਵਾਲੇ ਬੰਦੇ, ਗੁਰੂ ਸਾਹਿਬ ਜੀ ਕਹਿ ਰਹੇ ਨੇ, ਮਨ ਕਠੋਰ ਦੂਜੇ ਭਾਏ ਲਾਗਾ, ਭਰਮੇ ਭੁੱਲਾ ਫਿਰੇ ਅਭਾਗਾ, ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਇੰਦਾ। ਕਹਿੰਦੇ ਚੰਗੇ ਕਰਮਾਂ ਦਾ ਲੇਖ ਉਗੜ ਕੇ ਸਾਹਮਣੇ ਆਵੇ ਤੇ ਗੁਰੂ ਜੀ ਨੂੰ ਸੇਵ ਕੇ ਸੁਖ ਪਾ ਸਕਦਾ ਹੈ। ਕਹਿੰਦੇ 1,84,00,000 ਆਪ ਉਪਾਏ, ਪਰਮਾਤਮਾ ਨੇ ਆਪ 84 ਲੱਖ ਜੂਨਾਂ ਇਹ ਜੀਵ ਬਣਾਏ ਨੇ। ਮਾਨਸ ਜਨਮ ਗੁਰੂ ਭਗਤ ਦਰੜਾਏ, ਪਰ 84 ਲੱਖ ਜੂਨਾਂ ਦੇ ਵਿੱਚੋਂ ਗੁਰੂ ਦੇ ਰਾਹੀਂ ਪਰਮਾਤਮਾ ਦੀ ਭਗਤੀ ਕਰਨ ਦਾ ਅਧਿਕਾਰ ਮਨੁੱਖ ਨੂੰ ਉਹਨੇ ਸੌਂਪਿਆ ਦਿੱਤਾ ਹੈ। ਇਹ ਖੁੱਲ੍ਹ ਮਨੁੱਖ ਨੂੰ ਦਿੱਤੀ ਹੈ, ਮਨੁੱਖ ਦੇ ਹਿੱਸੇ ਆਇਆ ਗੁਰੂ ਨਾਲ ਜੁੜ ਕੇ ਉਹਦੀ ਭਗਤੀ ਕਰਨੀ। ਬਿਨ ਭਗਤੀ ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਇੰਦਾ। ਜਿਸ ਕੋਲ ਗੁਰੂ ਦਾ ਗਿਆਨ, ਪ੍ਰਭੂ ਦੀ ਭਗਤੀ ਨਹੀਂ, ਉਹ ਵਿਕਾਰ ਰੂਪੀ ਗੰਦਗੀ ਦੇ ਵਿੱਚ ਪਿਆ ਰਹਿੰਦਾ ਹੈ, ਵਿਸ਼ਟਾ ਖਾਂਦਾ ਹੈ, ਉਹ ਗੰਦਗੀ ਭੋਗਦਾ ਹੈ ਜੀਵਨ ਦੇ ਵਿੱਚ। ਤੇ ਅੱਗੇ ਅਖੀਰ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ, ਆਪ ਨਿਰਾਲਮ ਹੋਰ ਧੰਦੇ ਲੋਈ। ਕਹਿੰਦੇ ਨੇ ਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ ਭੱਜ ਵਿੱਚ ਖਚਤ ਰਹਿੰਦੀ ਹੈ। ਕਿਉਂਕਿ ਮਾਇਆ ਉਸ ਮਾਲਕ ਨੇ ਕੁਦਰਤ ਨੂੰ ਆਪ ਪੈਦਾ ਕੀਤਾ ਹੈ, ਤੇ ਬਹੁਤੇ ਮਨੁੱਖ ਜਿਹੜੇ ਨੇ ਉਹਦੇ ਨਾਲ ਜੁੜਨ ਦੀ ਬਜਾਏ ਮਾਇਆ ਦੇ ਵਿੱਚ ਖਚਤ ਹੋ ਜਾਂਦੇ ਨੇ, ਮਾਇਆ ਵਿੱਚ ਲਿਵਲੀਨ ਹੋ ਜਾਂਦੇ ਨੇ। ਇਸ ਕਰਕੇ ਮਾਇਆ ਰੂਪੀ ਧੰਦੇ ਵਿੱਚ ਖਚਤ ਹੋ ਜਾਂਦੇ ਨੇ। ਕੀਤੀ ਉਸ ਮਾਲਕ ਨੇ ਪੈਦਾ ਹੈ। ਕਹਿੰਦੇ ਨੇ ਆਪ ਨਿਰਾਲਮ ਹੋਰ ਧੰਦੇ ਲੋਈ, ਗੁਰ ਪ੍ਰਸਾਦੀ ਬੁੱਝੇ ਕੋਈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਰਾਹੀਂ ਉਸ ਨਾਲ ਸਾਂਝ ਪਾਉਣ ਵਿੱਚ ਕਾਮਯਾਬ ਹੁੰਦਾ ਹੈ, ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਉਹਦੇ ਨਾਲ ਲਿਵ ਜੋੜਦਾ ਹੈ। ਫਿਰ ਕਹਿੰਦੇ ਨਾਨਕ ਨਾਮ ਵਸੈ ਘਟ ਅੰਤਰ, ਗੁਰਮਤੀ ਮੇਲ ਮਿਲਾਇਂਦਾ। ਹੇ ਨਾਨਕ, ਜਿਸ ਉੱਤੇ ਗੁਰੂ ਦੀ ਕਿਰਪਾ ਹੁੰਦੀ, ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਕੇ ਵਸਦਾ। ਗੁਰੂ ਦੀ ਮੱਤ ਵਿੱਚ ਉਸ ਨੂੰ ਜੋੜ ਕੇ ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਆ ਮਿਲਾਉਂਦਾ ਹੈ। ਗੁਰੂ ਦੇ ਰਾਹੀਂ ਗੁਰੂ ਦੀ ਮੱਤ ਉਹਦੇ ਹਿਰਦੇ ਵਿੱਚ ਵਸਾ ਕੇ ਉਹਨੂੰ ਆਪਣੇ ਗੁਣ, ਆਪਣਾ ਨਾਮ ਜਪਾ ਕਰਕੇ ਆਪਣੇ ਵਿੱਚ ਵਲੀਨ ਕਰਵਾ ਲੈਂਦਾ ਹੈ। ਇਹ ਵੀ ਉਹਦੀ ਦਇਆ, ਇਹ ਵੀ ਉਹਦੀ ਕਿਰਪਾ ਹੈ, ਇਹ ਵੀ ਉਹਦਾ ਤਰਸ ਸਮਝ ਲਓ। ਸੋ ਇਸ ਪੂਰੇ ਸ਼ਬਦ ਦੇ ਅੰਦਰ ਮਾਲਕ ਦੀ ਦਇਆਲਤਾ ਨੂੰ ਬਿਆਨ ਕੀਤਾ। ਤੇ ਜਿਹੜੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦੇ ਨੇ, ਉਸ ਦਇਆਲੂ ਪ੍ਰਭੂ ਨਾਲ ਜੁੜ ਕੇ ਜੀਵਨ ਨੂੰ ਸਫਲ ਕਰ ਲੈਂਦੇ ਨੇ। ਬਾਕੀ ਜਿਹੜਾ ਮਨਮੁਖ ਬਿਰਤੀ ਵਾਲੇ ਹਨ, ਉਹ ਆਪਣੀ ਜ਼ਿੰਦਗੀ, ਆਪਣੇ ਪਲ, ਆਪਣੀ ਜ਼ਿੰਦਗੀ ਦੀਆਂ ਘੜੀਆਂ ਵਿਸ਼ੇ ਵਿਕਾਰਾਂ ਦੇ ਵਿੱਚ, ਅਵਗੁਣਾਂ ਦੇ ਵਿੱਚ ਖਚਤ ਕਰਕੇ ਜੀਵਨ ਨੂੰ ਬਰਬਾਦ ਕਰਕੇ ਵਿਅਰਥ ਗਵਾ ਕੇ ਚਲੇ ਜਾਂਦੇ ਨੇ। ਸੋ ਉਸ ਮਾਲਕ ਦੀ ਦਿਆਲਤਾ ਨੂੰ ਪਹਿਚਾਣਦਿਆਂ ਹੋਇਆਂ, ਉਹਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਹੋਇਆਂ, ਉਹਦੇ ਨਾਲ ਗੁਰੂ ਦੀ ਰਾਹੀਂ ਜੁੜ ਕੇ ਆਪਣੇ ਇਸ ਜੀਵਨ ਨੂੰ ਸਫਲ ਕਰੀਏ ਜੀ। ਭੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।